ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਤੇ ਅੱਜ ਦੀ ਇਸ ਵਿਚਾਰ ਨੂੰ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਜਿਵੇਂ ਸਾਡੀ ਅਰਦਾਸ ਦੀ ਲੜੀ ਚੱਲ ਰਹੀ ਆ, ਪਿਛਲੇ ਹਫਤੇ ਅਰਦਾਸ ਦੀ ਜਿਹੜਾ ਪਹਿਲਾ ਬੰਦ ਹੈਗਾ, ਪਹਿਲੀ ਪੌੜੀ ਹੈਗੀ ਆ ਭਗਉਤੀ ਕੀ ਵਾਰ ਵਿੱਚੋਂ, ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਕਾਲ ਪੁਰਖ ਤੇ 9 ਗੁਰੂ ਸਾਹਿਬਾਨ ਨੂੰ ਨਮਸਕਾਰ ਕਰਨ ਤੋਂ ਬਾਅਦ ਫਿਰ ਜਿਹੜੇ ਅਰਦਾਸ ਦੇ ਸਿਰਜਣਹਾਰੇ ਸਨ ਉਹਨਾਂ ਨੇ 10 ਪਾਤਸ਼ਾਹੀਆਂ ਦਾ ਜਿਹੜਾ ਅਭਿਨੰਦਨ ਆ ਉਸ 'ਤੇ ਪੌੜੀ ਦੇ ਵਿੱਚ ਕੀਤਾ। ਅਤੇ ਲਾਸਟ ਹੁੰਦਾ ਆ ਜੀ ਉਸ ਬੰਦ ਦਾ 10 ਪਾਤਸ਼ਾਹੀਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਸ ਤੋਂ ਬਾਅਦ ਜਿਹੜਾ ਅਰਦਾਸ ਦਾ ਅਗਲਾ ਚਰਨ ਸ਼ੁਰੂ ਹੁੰਦਾ, ਜਿਸ ਦੇ ਵਿੱਚ ਸਭ ਤੋਂ ਪਹਿਲਾਂ 5 ਪਿਆਰਿਆਂ ਨੂੰ, ਫਿਰ 4 ਸਾਹਿਬਜ਼ਾਦਿਆਂ ਨੂੰ, 40 ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਆ, ਉਹਨਾਂ ਨੂੰ ਨਮਸਕਾਰ ਕੀਤੀ ਜਾਂਦੀ ਹੈ। ਅੱਜ ਅਸੀਂ ਅਰਦਾਸ ਦੇ ਇਸ ਬੰਦ ਬਾਰੇ ਵਿਚਾਰ ਚਰਚਾ ਕਰਾਂਗੇ, ਜਿਸ ਦੇ ਵਿੱਚ ਅਸੀਂ ਪੜ੍ਹਦੇ ਹਾਂ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਹੁਣ ਸਭ ਤੋਂ ਪਹਿਲਾਂ 5 ਪਿਆਰਿਆਂ ਦਾ ਜ਼ਿਕਰ ਆਉਂਦਾ ਹੈਗਾ ਇਸ ਬੰਦ ਦੇ ਵਿੱਚ। 5 ਪਿਆਰਿਆਂ ਦੇ ਪਰਥਾਏ ਜਿਹੜੇ ਸਾਡੇ ਵਿਸਾਖੀ ਦੇ ਲੈਕਚਰ ਹੋਏ ਸੀ, ਉਹਦੇ ਵਿੱਚ ਅਸੀਂ ਥੋੜ੍ਹੀ ਖੁੱਲ੍ਹ ਕੇ ਵਿਚਾਰ ਵੀ ਕੀਤੀ ਸੀ। ਇਹ ਉਹ ਪਿਆਰੇ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਹੁਕਮ ਨੂੰ ਸਿਜਦਾ ਕੀਤਾ, ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦਾ ਹੁਕਮ ਕੀ ਸੀ ਕਿ ਹੈ ਕੋਈ ਤੁਹਾਡੇ ਵਿੱਚ ਜਿਹੜਾ ਅੱਜ ਮੈਨੂੰ ਆਪਣੇ ਸੀਸ ਭੇਟ ਕਰ ਸਕੇ। ਉਸ ਹੁਕਮ ਨੂੰ ਮੰਨਦਿਆਂ ਹੋਇਆਂ ਗੁਰੂ ਦੇ ਵਿੱਚ ਜਿਹੜੀ ਉਹਨਾਂ ਦੀ ਸ਼ਰਧਾ, ਉਹਨਾਂ ਦਾ ਪਿਆਰ ਹੈਗਾ ਆ, ਉਸ ਨੂੰ ਭੇਟ ਕਰਨ ਤੋਂ ਬਾਅਦ ਜਿਹੜਾ ਪਿਆਰੇ ਦੀ ਪਦਵੀ ਆ ਉਸ ਨੂੰ ਹਾਸਲ ਕੀਤਾ। ਅਤੇ ਭਾਈ ਗੁਰਦਾਸ ਜੀ ਦਾ ਇੱਕ ਬੜਾ ਸੋਹਣਾ ਬਚਨ ਆ, ਜਦੋਂ ਦੱਸਦੇ ਨੇ ਕਿ ਸਿੱਖੀ ਦੇ ਵਿੱਚ 5 ਜਨਾਂ ਦੀ ਮਹਾਨਤਾ ਕੀ ਹੈਗੀ ਆ। ਭਾਈ ਗੁਰਦਾਸ ਜੀ ਦਾ ਕਥਨ ਆ, 1 ਸਿੱਖ 2 ਸਾਧ ਸੰਗ 5 ਪਰਮੇਸ਼ਰ, ਕਿ 5 ਸਿੱਖਾਂ ਨੂੰ ਪਰਮੇਸ਼ਰ ਦੇ ਥਾਂ 'ਤੇ ਭਾਈ ਗੁਰਦਾਸ ਜੀ ਰੱਖ ਕੇ ਵੇਖਦੇ ਨੇ। ਪਰ ਜਦੋਂ ਅਸੀਂ ਅੱਜ ਮੌਜੂਦਾ ਸਮੇਂ ਦੇ ਵਿੱਚ 5 ਪਿਆਰਿਆਂ ਦੀ ਸਥਿਤੀ ਦੇਖਦੇ ਹੈਗੇ ਆ, ਅਸੀਂ ਕੇਵਲ ਤੇ ਕੇਵਲ ਉਹਨਾਂ ਨੂੰ ਕੋਈ ਨਗਰ ਕੀਰਤਨ ਹੋਏ, ਸਾਡਾ ਪ੍ਰੋਸੈਸ਼ਨ ਹੋਏ, ਉਹਦੇ ਵਿੱਚ ਅਗਵਾਈ ਕਰਨ ਲਈ ਰੱਖਿਆ ਹੁੰਦਾ, ਜਾਂ ਨਿਸ਼ਾਨ ਸਾਹਿਬ ਦੀ ਸਲਾਮੀ ਕਰਨੀ ਹੋਏ ਉਹਦੇ ਲਈ ਰੱਖਿਆ। ਪਰ ਸਾਡੀ ਮਰਿਆਦਾ ਦੇ ਅਕੋਰਡਿੰਗ, ਗੁਰੂ ਪਾਤਸ਼ਾਹ ਦੇ ਅਕੋਰਡਿੰਗ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਜਿਹੜਾ ਆ ਸਿਧਾਂਤ ਆ, 5 ਪਿਆਰੇ ਜਦੋਂ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਹੁੰਦੇ ਨੇ ਤਾਂ ਉਹ ਗੁਰੂ ਰੂਪ ਹੁੰਦੇ ਨੇ। 5 ਪਿਆਰਿਆਂ ਦਾ ਜਿਹੜਾ ਅਸਥਾਨ ਹੈਗਾ ਕੋਈ ਆਮ ਅਸਥਾਨ ਨਹੀਂ ਹੈਗਾ। ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਖਿਆਲ ਕਰਨ ਦੀ ਲੋੜ ਹੈਗੀ ਕਿ ਜਿਹੜਾ 5 ਪਿਆਰਿਆਂ ਦਾ ਸਿਧਾਂਤ ਸਾਡੇ ਵਿੱਚ ਪਿਆ ਹੈਗਾ ਆ, ਉਸ ਮਰਿਆਦਾ ਨੂੰ, ਉਹਨਾਂ ਦੀ ਪਦਵੀ ਨੂੰ ਹਮੇਸ਼ਾ ਆਪਣੇ ਮਨਾਂ ਦੇ ਵਿੱਚ ਰੱਖੀਏ, ਨਾ ਕਿ ਕੇਵਲ ਉਹਨਾਂ ਨੂੰ ਸਿਰਫ ਨਗਰ ਕੀਰਤਨ ਅਤੇ ਨਿਸ਼ਾਨ ਸਾਹਿਬ ਦੀ ਸਲਾਮੀ ਦੇਣ ਤੱਕ ਜਿਹੜੀ ਹੈਗੀ ਉਹਨਾਂ ਦੀ ਜਿਹੜੀ ਭੂਮਿਕਾ ਆ, ਜ਼ਿਆਦਾਤਰ ਅਸੀਂ ਉਸ ਨੂੰ ਆਪਣੇ ਸਿੰਗਾਪੁਰ ਦੇ ਵਿੱਚ ਵੀ ਦੇਖਦੇ ਹੈਗੇ ਕਿ ਇਸ ਤੋਂ ਇਲਾਵਾ 5 ਪਿਆਰਿਆਂ ਦਾ ਜਿਹੜਾ ਰੋਲ ਹੁੰਦਾ ਉਹ ਵਧੇਰੇ ਨਹੀਂ ਹੈਗਾ। ਅਤੇ 5 ਪਿਆਰਿਆਂ ਨੂੰ ਯਾਦ ਕਰਨ ਦੇ ਪਿੱਛੇ ਗੁਰੂ ਪਾਤਸ਼ਾਹ ਦਾ, ਉਹਨਾਂ ਨੂੰ ਜੇ ਗੁਰੂ ਪਾਤਸ਼ਾਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਯਾਦ ਕੀਤਾ ਜਾਂਦਾ ਤੇ ਉਹਨਾਂ ਦੀ ਇਹ ਵਡਿਆਈ ਦੀ ਸਿਰਮੌਰਤਾ ਹੈਗੀ ਹੈ। ਜਦੋਂ ਅਸੀਂ ਗੁਰੂ ਘਰ ਵਿੱਚ ਬੈਠਦੇ ਹਾਂ, ਦੇਗ ਵਰਤਾਉਣੀ ਸ਼ੁਰੂ ਕਰਦੇ ਹਾਂ, ਅਤੇ ਸਭ ਤੋਂ ਪਹਿਲਾਂ 5 ਪਿਆਰਿਆਂ ਦੇ ਨਾਮ ਦੀ ਦੇਗ ਜਿਹੜੀ ਆ ਉਹ ਕੱਢੀ ਜਾਂਦੀ ਹੈ। ਸੰਗਤ ਵਿੱਚ ਵੀ ਉਹਨਾਂ ਦੀ ਪੂਰੀ ਸਿਰਮੌਰਤਾ ਹੈਗੀ ਆ, ਅਤੇ ਇਹਨਾਂ ਚੀਜ਼ਾਂ ਵੱਲ ਸਾਨੂੰ ਖਿਆਲ ਕਰਨ ਦੀ ਲੋੜ ਹੈ। ਅੱਗੇ ਗੁਰੂ ਪਾਤਸ਼ਾਹ ਦੇ 4 ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਜੀ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ। ਜਦੋਂ ਸਾਹਿਬਜ਼ਾਦਿਆਂ ਦੇ ਨਾਮ ਦੇ ਵੱਲ ਦੇਖਦੇ ਹਾਂ, ਜਿਸ ਤਰ੍ਹਾਂ ਦੇ ਉਹਨਾਂ ਦੇ ਨਾਮ ਸਨ, ਉਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ, ਅਤੇ ਉਸ ਤਰ੍ਹਾਂ ਹੀ ਉਹਨਾਂ ਨੇ ਸ਼ਹਾਦਤ ਦੇ ਜਾਮ ਪੀਤੇ। ਅਜੀਤ, ਜੁਝਾਰ, ਫਤਿਹ, ਜ਼ੋਰਾਵਰ, ਇਹ ਸਾਰੇ ਸੂਰਮਗਤੀ ਵਾਲੇ ਨਾਮ ਨੇ, ਸਾਰੇ ਵੀਰ ਰਸ ਵਾਲੇ ਨਾਮ ਨੇ।
ਤੇ ਜਿਸ ਤਰ੍ਹਾਂ ਦੇ ਉਹਨਾਂ ਦੇ ਨਾਮ ਆ ਉਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ। ਤੇ ਚਾਰੇ ਸਾਹਿਬਜ਼ਾਦਿਆਂ ਨੇ ਜਿਹੜੇ ਆ ਸ਼ਹਾਦਤ ਦੇ ਜਾਮ ਪੀਤੇ। ਅਸੀਂ ਡਿਟੇਲ ਦੇ ਵਿੱਚ ਜਾਣਦੇ ਵੀ ਹੈਗੇ ਆ ਕਿ ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੁੰਦੇ ਨੇ, ਤੇ ਛੋਟੇ ਸਾਹਿਬਜ਼ਾਦੇ ਸੀ ਉਹ ਸਰਹੰਦ, ਜਿਸ ਨੂੰ ਅੱਜ ਫਤਿਹਗੜ੍ਹ ਸਾਹਿਬ ਕਿਹਾ ਜਾਂਦਾ, ਉੱਥੇ ਸ਼ਹੀਦ ਹੁੰਦੇ ਨੇ। ਜਦੋਂ ਉਹਨਾਂ ਦੀ ਸ਼ਹੀਦੀ ਬਾਰੇ ਪੜ੍ਹਦੇ ਆ, ਸਾਖੀਆਂ ਚੱਲਦੀਆਂ ਨੇ, ਤੇ ਬੜਾ ਕੁਝ ਵਾਪਰਦਾ ਉਹਨਾਂ ਦਿਨਾਂ ਦੇ ਵਿੱਚ। ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਬੁਲਾਇਆ ਜਾਂਦਾ ਆ, ਤੇ ਉੱਥੇ ਉਹਨਾਂ ਦਾ ਜ਼ੋਰ ਲੱਗਾ ਹੋਇਆ ਕਿ ਸਾਹਿਬਜ਼ਾਦੇ ਜਿਹੜਾ ਆਪਣਾ ਧਰਮ ਪਰਿਵਰਤਨ ਕਰ ਲੈਣ, ਇਹਨਾਂ ਦੀ ਉਮਰ ਛੋਟੀ ਹੈ, ਇਹਨਾਂ ਨੂੰ ਕੋਈ ਲਾਲਚ ਦਿੱਤਾ ਜਾਏ ਜਾਂ ਕਿਸੇ ਤਰ੍ਹਾਂ ਇਹਨਾਂ ਨੂੰ ਵਰਗਲਾ ਲਿਆ ਜਾਏ, ਪਰ ਉਹ ਡੋਲਦੇ ਨਹੀਂ ਆਪਣੀ ਸਿਦਕ ਦੇ ਉੱਤੋਂ। ਤੇ ਉਸ ਕਚਹਿਰੀ ਦੇ ਵਿੱਚ ਜਿਨ੍ਹਾਂ ਨੇ ਸਜ਼ਾ ਦੇਣੀ ਆ, ਉੱਥੇ ਜਿਹੜੇ ਬੈਠੇ ਨੇ ਉਹਨਾਂ ਵਿੱਚੋਂ ਸਿਰਫ ਇੱਕ ਅਜਿਹੀ ਸ਼ਖਸੀਅਤ ਸੀ ਜਿਨਨੇ ਸਾਹਿਬਜ਼ਾਦਿਆਂ ਦੀ ਜਦੋਂ ਸ਼ਹਾਦਤ ਦਾ ਫਤਵਾ ਦਿੱਤਾ ਜਾਂਦਾ ਉਸ ਦਾ ਵਿਰੋਧ ਕੀਤਾ ਸੀ, ਨਵਾਬ ਸ਼ੇਰ ਖਾਨ, ਜਿਸ ਦਾ ਨਾਮ ਸੀ ਮਲੇਰਕੋਟਲੇ ਤੋਂ। ਤੇ ਬਾਕੀ ਜਿੰਨੇ ਵੀ ਬੈਠੇ ਸਨ ਕਿਸੇ ਨੇ ਵਿਰੋਧ ਨਹੀਂ ਕੀਤਾ। ਹੁਣ ਅਸੀਂ ਜਦੋਂ ਇਹਨਾਂ ਚੀਜ਼ਾਂ ਵੱਲ ਦੇਖਦੇ ਹਾਂ ਤੇ ਸਾਡੇ ਮਨ 'ਚ ਇੱਕ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਜਿੰਨੇ ਵੀ ਉੱਥੇ ਬੈਠੇ ਨੇ ਉਹਨਾਂ ਦੇ ਵਿੱਚੋਂ ਜੇ ਕਿਸੇ ਦੇ ਮਨ ਦੇ ਵਿੱਚ ਧਰਮ ਦੀ ਗੱਲ ਹੈਗੀ ਤਾਂ ਸਿਰਫ ਇੱਕ ਜਣਾ ਆ। ਉਹ ਇਹ ਗੱਲ ਕਹਿੰਦਾ ਆ ਕਿ ਸਾਡੀ ਸਾਹਿਬਜ਼ਾਦਿਆਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ, ਜੇ ਸਾਡਾ ਕੋਈ ਮਸਲਾ ਆ, ਸਾਡਾ ਕੋਈ ਝਗੜਾ ਆ ਤੇ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨਾਲ ਆ, ਸਾਹਿਬਜ਼ਾਦੇ ਬੇਕਸੂਰ ਨੇ। ਤੇ ਦੂਸਰਾ ਜਿਹੜਾ ਇਸਲਾਮਿਕ ਲਾਅ ਹੈਗਾ, ਸ਼ਰੀਅਤ ਹੈਗੀ, ਉਹਦੇ ਅਕੋਰਡਿੰਗ ਵੀ 12 ਸਾਲ ਤੋਂ ਥੱਲੇ ਜਿਹੜਾ ਕਿਸੇ ਨੂੰ ਸ਼ਹੀਦ ਜਾਂ ਕਤਲ ਨਹੀਂ ਕੀਤਾ ਜਾਂਦਾ। ਤੇ ਦੂਸਰੇ ਪਾਸੇ ਇੱਕ ਉਹ ਵੀ ਧਿਰ ਹੈਗੀ ਆ ਜਿਹੜਾ ਵਰਗਲਾਉਂਦਾ ਸਾਹਿਬਜ਼ਾਦਿਆਂ ਨੂੰ, ਜਿਸ ਦਾ ਨਾਮ ਸੀ ਸੁੱਚਾ ਨੰਦ। ਉਸ ਦਾ ਜ਼ੋਰ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਹਿਬਜ਼ਾਦਿਆਂ ਦੀ ਮੌਤ ਦਾ, ਉਹਨਾਂ ਦੀ ਸ਼ਹਾਦਤ ਦਾ ਜਿਹੜਾ ਫਤਵਾ ਆ ਉਹ ਜਾਰੀ ਹੋ ਜੇ। ਤੇ ਉਸ ਦੇ ਬੋਲ ਸੀ ਕਿ ਸੱਪ ਦੇ ਬੱਚੇ ਨੇ ਸਪੋਲੀਏ। ਉਹਦੇ ਬੋਲ ਵੀ ਯਾਦ ਨੇ ਤੇ ਸ਼ੇਰ ਖਾਂ ਦੇ ਬੋਲ ਵੀ ਅੱਜ ਸਿੱਖਾਂ ਦੇ ਮਨਾਂ ਦੇ ਵਿੱਚ ਘਰ ਕਰ ਚੁੱਕੇ ਨੇ। ਇੱਕ ਪਾਸੇ ਉਹ ਬੋਲ ਨੇ ਜਿਹੜੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਤੇ ਤੁਲੇ ਨੇ, ਤੇ ਇੱਕ ਪਾਸੇ ਉਹ ਬੋਲ ਨੇ ਜਿਹੜੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਨੇ। ਹੁਣ ਇੱਥੇ ਕਹਿਣ ਤੋਂ ਭਾਵ ਕੀ ਹੈਗਾ ਕਿ ਜਦੋਂ ਅਸੀਂ ਕੋਈ ਸ਼ਬਦ ਬੋਲਦੇ ਹਾਂ ਉਹ ਕੌੜਾ, ਮਿੱਠਾ, ਸੱਚਾ ਜਾਂ ਜਿਹੜਾ ਝੂਠਾ ਹੋਏ, ਖਾਸ ਕਰਕੇ ਜਦੋਂ ਵੱਡੀਆਂ ਘਟਨਾਵਾਂ ਵਾਪਰਦੀਆਂ ਉਹਨਾਂ ਦੀ ਜਿਹੜੀ ਗੂੰਜ ਹੁੰਦੀ ਉਹ ਅਨੰਤ ਕਾਲ ਤੱਕ ਹੁੰਦੀ। ਤੇ ਜਦੋਂ ਤੱਕ ਵੀ ਇਹ ਧਰਤੀ ਰਹੇਗੀ ਇਹ ਦੋ ਬੋਲ ਜਿਹੜੇ ਨੇ ਸਿੱਖਾਂ ਦੇ ਮਨਾਂ ਦੇ ਵਿੱਚ ਹਮੇਸ਼ਾ ਲਈ ਬੈਠੇ ਰਹਿਣਗੇ। ਤੇ ਇਸ ਤੋਂ ਅੱਗੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ, ਨੀਹਾਂ ਦੇ ਵਿੱਚ ਚਿਣਿਆ ਜਾਂਦਾ ਉਹਨਾਂ ਨੂੰ, ਤੇ ਅੱਜ ਵੀ ਜਦੋਂ ਉਹ ਦਿਨ ਆਉਂਦੇ ਨੇ ਸਰਹੰਦ, ਫਤਿਹਗੜ੍ਹ, ਈਵਨ ਕਿ ਉਹ ਸਿੱਖ ਜਿਹੜੇ ਉਹਨਾਂ ਦੀ ਸ਼ਹਾਦਤ ਨੂੰ ਦਿਲੋਂ ਜਿਹੜਾ ਹੈਗਾ ਸਿਜਦਾ ਕਰਦੇ ਨੇ, ਉਹਨਾਂ ਦਿਨਾਂ ਦੇ ਵਿੱਚ ਪੋਹ ਦਾ ਮਹੀਨਾ ਹੁੰਦਾ, ਜ਼ਿਆਦਾਤਰ ਦਸੰਬਰ ਦਾ ਮਹੀਨਾ ਹੁੰਦਾ, ਉਹਨਾਂ ਦਿਨਾਂ ਦੇ ਵਿੱਚ ਉਹ ਆਪਣੇ ਬਿਸਤਰਿਆਂ 'ਤੇ ਨਹੀਂ ਸੌਂਦੇ, ਮੰਜਿਆਂ 'ਤੇ ਨਹੀਂ ਸੌਂਦੇ, ਆਪਣੀ ਵਿਛਾਈ ਜਿਹੜੀ ਹੈਗੀ ਥੱਲੇ ਧਰਤੀ ਦੇ ਉੱਤੇ ਕਰਦੇ ਨੇ ਕਿ ਉਸ ਦਰਦ ਨੂੰ, ਉਸ ਪਲਾਂ ਨੂੰ ਯਾਦ ਕੀਤਾ ਜਾਏ ਜਦੋਂ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਦੇ ਵਿੱਚ ਉਹ ਦਿਨ ਤੇ ਉਹ ਰਾਤਾਂ ਗੁਜ਼ਾਰੀਆਂ ਹੋਣਗੀਆਂ। ਤੇ ਜਿਸ ਧਰਤੀ ਦੇ ਉੱਤੇ ਉਹਨਾਂ ਦੀ ਸ਼ਹਾਦਤ ਹੁੰਦੀ ਉਸ ਨੂੰ ਵੀ ਗੁਰੂ ਮਾੜੀ ਸਰਹੰਦ ਕਿਹਾ ਜਾਂਦਾ ਸੀ। ਤੇ ਇੱਕ ਪਰੰਪਰਾ ਰਹੀ ਆ ਇਤਿਹਾਸ ਦੇ ਵਿੱਚ ਕਿ ਪੁਰਾਤਨ ਵੇਲੇ ਜਦੋਂ ਕੋਈ ਜਾਂਦੇ ਹੁੰਦੇ ਸੀ ਸਿੱਖ, ਜਦੋਂ ਸਰਹੰਦ ਦਰਸ਼ਨ ਕਰਕੇ ਆਉਣੇ ਤੇ ਉੱਥੋਂ ਇੱਕ ਇੱਟ ਚੁੱਕ ਕੇ ਲੈ ਆਉਂਦੇ ਸੀ ਤੇ ਜਾ ਕੇ ਪਾਣੀ ਦੇ ਵਿੱਚ ਸੁੱਟ ਦਿੰਦੇ ਹੁੰਦੇ ਸੀ। ਕਹਿਣ ਤੋਂ ਉਹਨਾਂ ਦੀ ਪਿੱਛੇ ਭਾਵਨਾ ਕੀ ਸੀ ਕਿ ਇਸ ਧਰਤੀ ਨੇ ਸਾਡੇ ਗੁਰੂ ਦੇ ਪਰਿਵਾਰ ਨੂੰ ਉਜਾੜਿਆ। ਫਿਰ ਬਾਅਦ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ, ਜਦੋਂ ਚੱਪੜਚਿੜੀ ਮੈਦਾਨ ਦੇ ਵਿੱਚ ਜਿਹੜਾ ਸਰਹੰਦ ਦਾ ਨਵਾਬ ਸੀ, ਗਵਰਨਰ ਸੀ ਸੂਬਾ ਸਰਹੰਦ ਵਜ਼ੀਰ ਖਾਂ, ਉਸ ਦਾ ਕਤਲ ਕੀਤਾ ਜਾਂਦਾ, ਚੱਪੜਚਿੜੀ ਦੇ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਜਾਂਦੀ। ਤੇ ਉਸ ਤੋਂ ਤਕਰੀਬਨ 2 ਦਿਨਾਂ ਬਾਅਦ ਜਿਹੜਾ ਹੈਗਾ ਆ ਖਾਲਸਾਈ ਫੌਜਾਂ ਜਿਹੜੀਆਂ ਹੈਗੀਆਂ ਸਰਹੰਦ ਪਹੁੰਚਦੀਆਂ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਉੱਥੇ ਜਾ ਕੇ ਉਸ ਅਸਥਾਨ ਦੇ ਬਾਰੇ ਪੁੱਛਿਆ ਸੀ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਤੇ ਆਪਣੇ ਅਥਰੂਆਂ ਦੇ ਨਾਲ ਜਦੋਂ ਉੱਥੇ ਪਹੁੰਚਦੇ ਨੇ, ਉਹਨਾਂ ਅਥਰੂਆਂ ਦੇ ਨਾਲ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਸੀ, ਉਹਨਾਂ ਨੂੰ ਸਿਜਦਾ ਕੀਤਾ ਸੀ। ਹੁਣ ਜਦੋਂ ਇਹ ਪਲਾਂ ਨੂੰ, ਇਹ ਘਟਨਾਵਾਂ ਨੂੰ ਅਸੀਂ ਆਪਣੇ ਮਨਾਂ ਦੇ ਵਿੱਚ ਵਸਾਉਣਾ ਆ, ਇਹਨਾਂ ਪ੍ਰਤੀ ਆਪਣਾ ਸਤਿਕਾਰ, ਆਪਣੀ ਸ਼ਰਧਾ, ਆਪਣਾ ਪ੍ਰੇਮ ਭੇਟ ਕਰਨਾ, ਸਿਰਫ ਇਤਿਹਾਸਕ ਤੱਥਾਂ ਨੂੰ ਯਾਦ ਨਹੀਂ ਰੱਖਣਾ। ਸਾਨੂੰ
ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇੱਕ ਇੱਕ ਪਲ ਜਿਹੜਾ ਆ ਸਾਡੀ ਰੂਹ ਦੇ ਅੰਦਰ ਸਾਡੇ ਧੁਰ ਤੱਕ ਵਸਿਆ ਹੋਣਾ ਚਾਹੀਦਾ ਆ। ਇੱਕ ਮੁਸਲਿਮ ਲਿਖਾਰੀ ਆ ਜੀ, ਉਸ ਦਾ ਨਾਂ ਸੀ ਜੋਗੀ ਅੱਲਾ ਯਾਰ ਖਾਂ। ਉਹਨੇ ਵੱਡੇ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਪਰ 2 ਕਿਤਾਬਾਂ ਲਿਖੀਆਂ, ਗੰਜੇ ਸ਼ਹੀਦਾਂ ਤੇ ਸ਼ਹੀਦਾਂ ਨੇ ਵਫਾ। ਉਹਨਾਂ ਕਿਤਾਬਾਂ ਦੇ ਵਿੱਚ ਉਹ ਇੱਕ ਇੱਕ ਪਲ ਨੂੰ ਮਹਿਸੂਸ ਕਰਦਾ ਕਿ ਕਿਸ ਤਰ੍ਹਾਂ ਸਰਸਾ ਨਦੀ ਤੇ ਵਿਛੋੜਾ ਪਿਆ ਹੋਏਗਾ, ਛੋਟੇ ਸਾਹਿਬਜ਼ਾਦਿਆਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਹੋਏਗਾ। ਇੰਨੇ ਸੋਹਣੇ ਸ਼ਬਦਾਂ ਦੇ ਵਿੱਚ ਉਰਦੂ ਦੇ ਵਿੱਚ ਉਸਨੇ ਇਹ ਕਿਤਾਬ ਲਿਖੀ ਸੀ, ਉਸ ਘਟਨਾ ਨੂੰ, ਉਸ ਦਰਦ ਨੂੰ ਬਿਆਨ ਕੀਤਾ ਹੈਗਾ। ਹੁਣ ਉਸ ਘਟਨਾ ਦੇ ਵਿੱਚੋਂ ਜਿਹੜੇ ਉਸ ਕਿਤਾਬ ਦੇ ਕੁਝ ਬੋਲ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ। ਜੋਗੀ ਅੱਲਾ ਯਾਰ ਖਾਂ ਲਿਖਦਾ ਸਾਹਿਬਜ਼ਾਦਿਆਂ ਬਾਰੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ, ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਨ 'ਚ ਕੀ ਚੱਲ ਰਿਹਾ ਉਸ ਸਮੇਂ। ਉਸ ਦੇ ਬੋਲ ਸੀ, ਮਾਸੂਮ ਹੋ ਮਜ਼ਲੂਮ ਹੋ ਦੁਨੀਆ ਸੇ ਭਲੇ ਹੋ, ਲਖਤੇ ਦਿਲ ਗੋਬਿੰਦ ਹੋ ਨਾਜੋਂ ਸੇ ਭਲੇ ਹੋ। ਕਿ ਤੁਸੀਂ ਬੜੇ ਪਿਆਰੇ ਹੋ ਮੈਨੂੰ, ਮੇਰੇ ਦਿਲ ਦਾ ਟੁਕੜਾ ਹੋ, ਪਰ ਹੋਣਾ ਕੀ ਆ, ਥੇ 4 ਹੋ ਅਬ 2 ਹੀ ਸ਼ਹਿਰ ਇਹ ਵੀ ਨਾ ਹੋਣਗੇ। ਚਮਕੌਰ ਸਾਹਿਬ ਦੀ ਗੜੀ ਦਾ ਦ੍ਰਿਸ਼ ਆ। ਗੁਰੂ ਪਾਤਸ਼ਾਹ ਦੇ ਮਨ 'ਚ ਕੀ ਚੱਲ ਰਿਹਾ ਕਿ ਮੇਰੇ ਕੋਲ 4 ਸੀ, ਹੁਣ ਮੇਰੇ ਕੋਲ 2 ਰਹਿ ਗਏ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਉੱਥੇ ਗੁਰੂ ਪਾਤਸ਼ਾਹ ਦੇ ਕੋਲ ਨੇ। ਸ਼ਹਿਰ ਇਹ ਵੀ ਨਾ ਹੋਣਗੇ, ਕਹਿੰਦੇ ਸ਼ਹਿਰ ਹੁੰਦੀ ਸਵੇਰ, ਕਿ ਸਵੇਰ ਤੱਕ ਤੁਸੀਂ ਵੀ ਨਹੀਂ ਰਹਿਣਾ, ਤੁਸੀਂ ਵੀ ਮੈਨੂੰ ਛੱਡ ਕੇ ਚਲੇ ਜਾਣਾ। ਹਮ ਸ਼ੁਕਰ ਕरेंगे ਸਬਰ ਕरेंगे ਅਗਰ ਇਹ ਵੀ ਨਾ ਹੋਣਗੇ, ਪਰ ਮੈਂ ਵਾਹਿਗੁਰੂ ਦਾ ਸ਼ੁਕਰ ਤੇ ਸਬਰ ਕਰਾਂਗਾ ਜੇ ਮੇਰੇ ਕੋ ਇਹ 2 ਸਾਹਿਬਜ਼ਾਦੇ ਵੀ ਨਾ ਰਹਿਣਗੇ। ਤੇ ਇਹ ਕਾਵ ਰੂਪ ਦੇ ਵਿੱਚ ਲਿਖੀ ਹੋਈ ਕਿਤਾਬ ਨੂੰ ਜ਼ਰੂਰ ਪੜ੍ਹਨਾ, ਇਸ ਨੂੰ ਸਮਝਣਾ। ਤੇ ਅੱਗੇ ਜਾ ਕੇ ਜੋਗੀ ਅੱਲਾ ਯਾਰ ਖਾਂ ਲਿਖਦੇ ਨੇ, ਦੁਨੀਆ ਹੋਈ ਅੰਧੇਰ ਜਬ ਆਂਖੋਂ ਸੇ ਟਲੇ ਹੋ, ਘਰ ਬਾਰ ਲੁੱਟਾ ਬਾਪ ਕਟਾ ਤੁਮ ਵੀ ਚਲੇ ਹੋ। ਕਿ ਮੇਰਾ ਸਭ ਕੁਝ ਖਤਮ ਹੋ ਗਿਆ, ਘਰ ਬਾਰ ਆਨੰਦਪੁਰ ਸਾਹਿਬ ਦਾ ਜਿਹੜੀ ਨਗਰੀ ਸੀ ਉਹ ਛੱਡੀ ਗਈ, ਪਿਤਾ ਨੂੰ ਸ਼ਹੀਦ ਕਰਵਾਇਆ ਆਪਣੇ ਜੀਵਨ ਦੇ ਵਿੱਚ, ਤੇ ਅੱਜ ਤੁਸੀਂ ਵੀ ਛੱਡ ਕੇ ਚਲੇ ਜਾਣਾ ਹੈਗਾ। ਸੋ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਕਿਉਂਕਿ ਜਿੰਨਾ ਚਿਰ ਤੱਕ ਇਹ ਚੀਜ਼ਾਂ ਸਾਡੇ ਧੁਰ ਅੰਦਰ ਤੱਕ ਨਹੀਂ ਵਸਦੀਆਂ, ਉਹਨਾਂ ਚਿਰ ਤੱਕ ਸਾਡਾ ਗੁਰੂ ਨਾਲ ਪਿਆਰ, ਗੁਰੂ ਦੀਆਂ ਸਾਖੀਆਂ ਪ੍ਰਤੀ ਅਸੀਂ ਨਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਹੁਣ ਇੱਕ ਇਸ ਦੇ ਨਾਲ ਸੰਬੰਧਿਤ ਇੱਕ ਛੋਟੀ ਜਿਹੀ ਕਵਿਤਾ ਹੈਗੀ ਆ, ਤੁਸੀਂ ਉਹ ਕਵਿਤਾ ਨੂੰ ਨਾਲ ਨਾਲ ਉਚਾਰਨ ਦੀ ਕੋਸ਼ਿਸ਼ ਕਰਨੀ ਜੀ, ਤੇ ਸਮਝਣਾ ਕਿ ਉਹ ਘਟਨਾ, ਉਹ ਦਿਨ ਕਿਸ ਤਰ੍ਹਾਂ ਦਾ ਹੋਏਗਾ ਜਦੋਂ ਛੋਟੇ ਸਾਹਿਬਜ਼ਾਦਿਆਂ ਤੇ ਦਾਦੀ ਮਾਂ ਦੇ ਵਿਚਕਾਰ ਜਿਹੜਾ ਸੀ ਉਹ ਗੱਲ ਚੱਲ ਰਹੀ ਸੀ। ਤੁਸੀਂ ਪਲੀਜ਼ ਪਿੱਛੇ ਪਿੱਛੇ ਪੜ੍ਹਨਾ ਜੀ। ਨਾਨੀ ਮੈਨੂੰ ਸੁਣਾ ਇੱਕ ਸਾਖੀ, ਨਾਨੀ ਮੈਨੂੰ ਸੁਣਾ ਇੱਕ ਸਾਖੀ, ਜਿਹੜੀ ਸੀ ਮੇਰੀ ਮਾਂ ਨੂੰ ਆਖੀ। ਨਾਨੀ ਮੈਨੂੰ ਸੁਣਾ ਇੱਕ ਸਾਖੀ, ਜਿਹੜੀ ਸੀ ਮੇਰੀ ਮਾਂ ਨੂੰ ਆਖੀ, ਕਿੱਸਾ ਪੋਤੇ ਦਾਦੀ ਵਾਲਾ, ਠੰਡੇ ਬੁਰਜ 'ਚ ਅੱਤ ਦਾ ਪਾਲਾ। ਨਾਨੀ ਮੈਨੂੰ ਸੁਣਾ ਇੱਕ ਸਾਖੀ, ਜਿਹੜੀ ਸੀ ਮੇਰੀ ਮਾਂ ਨੂੰ ਆਖੀ, ਕਿੱਸਾ ਪੋਤੇ ਦਾਦੀ ਵਾਲਾ, ਠੰਡੇ ਬੁਰਜ 'ਚ ਅੱਤ ਦਾ ਪਾਲਾ। ਦਾਦੀ ਪਈ ਸੀ ਬਾਤਾਂ ਪਾਉਂਦੀ, ਦਾਦੇ ਦੇ ਕਿੱਸੇ ਖੋਲ ਸੁਣਾਉਂਦੀ। ਆਈ ਮੁਸੀਬਤ ਨਾ ਘਬਰਾਉਣਾ, ਧਰਮ ਦੀ ਖਾਤਰ ਸੀਸ ਲਟਾਉਣਾ। ਪੀ ਕੇ ਜਾਮ ਸ਼ਹਾਦਤ ਵਾਲਾ, ਗੁਰੂ ਨਾਨਕ ਦੇ ਦਰ ਦੀ ਕਰਨੀ ਰਾਖੀ। ਨਾਨੀ ਮੈਨੂੰ ਸੁਣਾ ਇੱਕ ਸਾਖੀ, ਜਿਹੜੀ ਸੀ ਮੇਰੀ ਮਾਂ ਨੂੰ ਆਖੀ। ਸੋ ਇਹ ਸਾਖੀਆਂ ਦਾ ਕਿੱਸੇ ਜਿਹੜੇ ਨੇ ਸਾਡੇ ਘਰਾਂ ਦੇ ਵਿੱਚ ਸਾਹਿਬਜ਼ਾਦਿਆਂ ਬਾਰੇ, ਗੁਰੂ ਪਾਤਸ਼ਾਹ ਬਾਰੇ ਹਮੇਸ਼ਾ ਚੱਲਣੇ ਚਾਹੀਦੇ, ਇਹ ਕਦੀ ਬੰਦ ਨਹੀਂ ਹੋਣੇ ਚਾਹੀਦੇ। ਤੇ ਇਸ ਤੋਂ ਬਾਅਦ ਜੋਗੀ ਅੱਲਾ ਯਾਰ ਖਾਂ ਤੋਂ ਬਾਅਦ ਪੰਜਾਬ ਦਾ ਇੱਕ ਕਵੀ ਹੋਇਆ ਜੀ ਸ਼ਿਵ ਕੁਮਾਰ ਬਟਾਲਵੀ, ਜਿਸ ਨੂੰ ਪੰਜਾਬ ਦੇ ਲੋਕ ਅੱਜ ਵੀ ਬੇਹੱਦ ਪਿਆਰ ਕਰਦੇ ਨੇ। ਜ਼ਿਆਦਾਤਰ ਜਿਹੜਾ ਉਸ ਦਾ ਕਾਵ ਰਿਹਾ ਉਹ ਦੁਨਿਆਵੀ ਕਾਵ ਸੀ, ਤੇ ਰੋਮਾਂਟਿਕ ਜਿਹੜੀ ਪੋਇਟਰੀ ਹੈਗੀ ਆ ਉਸਨੇ ਉਹ ਜ਼ਿਆਦਾ ਲਿਖੀ ਸੀ। ਤੇ ਕਿਸੇ ਨੇ ਉਸ ਨੂੰ ਇਹ ਬੇਨਤੀ ਕੀਤੀ ਕਿ ਤੁਸੀਂ ਇੰਨਾ ਕੁਝ ਲਿਖਿਆ, ਕੁਝ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ ਵੀ ਲਿਖੋ। ਤੇ ਜਦੋਂ ਇਹ ਗੱਲ ਉਹਦੇ ਨਾਲ ਸਾਂਝੀ ਕੀਤੀ ਗਈ ਸ਼ਿਵ ਕੁਮਾਰ ਬਟਾਲਵੀ ਨਾਲ, ਤੇ ਉਸਨੇ ਆਪਣੀ ਅਸਮਰੱਥਾ ਜਿਹੜੀ ਆ ਉਹ ਪ੍ਰਗਟਾਈ। ਕਹਿੰਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਸ ਗਾਇਨ ਕਰ ਸਕਣ, ਮੇਰੇ ਅੰਦਰ ਇੰਨੀ ਸਮਰੱਥਾ ਨਹੀਂ ਹੈਗੀ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿਫਤ ਨੂੰ ਪੇਸ਼ ਕਰ ਸਕਣ। ਤੇ ਉਸਨੇ ਫਿਰ ਇੱਕ
ਆਪਣੇ ਮਨ ਦੀਆਂ ਭਾਵਨਾ ਨੂੰ ਪ੍ਰਗਟਾਉਣ ਦੇ ਲਈ ਇੱਕ ਕਵਿਤਾ ਲਿਖੀ ਸੀ ਆਰਤੀ। ਤੇ ਆਰਤੀ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ, ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ। ਕਿ ਆਰਤੀ ਨੂੰ ਦੀਵਿਆਂ ਦੇ ਨਾਲ ਉਤਾਰਿਆ ਜਾਂਦਾ। ਉਹ ਕਹਿੰਦਾ, ਮੇਰੇ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਾਰੇ ਸੋਚਦਾ ਹਾਂ ਤੇ ਮੇਰੀਆਂ ਅੱਖਾਂ ਦੇ ਵਿੱਚ ਹੰਝੂਆਂ ਦਾ ਆਉਣਾ ਬੜੀ ਸੁਭਾਵਿਕ ਜੀ ਗੱਲ ਹੈਗੀ ਹੈ, ਕਿਉਂਕਿ ਗੁਰੂ ਪਾਤਸ਼ਾਹ ਦੇ ਜੀਵਨ ਦੇ ਵਿੱਚ ਇੰਨੀਆਂ ਕੁਰਬਾਨੀਆਂ, ਇੰਨੀਆਂ ਸ਼ਹਾਦਤਾਂ ਭਰੀਆਂ ਪਈਆਂ ਨੇ। ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ। ਕਿ ਮੇਰੇ ਕੋਲ ਸ਼ਬਦਾਂ ਦੀ ਕਮੀ ਆ। ਮੇਰੇ ਗੀਤਾਂ ਦੇ ਵਿੱਚ ਜਿੰਨਾ ਵੀ ਕੁਝ ਮੈਂ ਅੱਜ ਤੱਕ ਸਿਰਜਿਆ ਆ, ਉਹਨਾਂ ਵਿੱਚ ਕੋਈ ਅਜਿਹਾ ਗੀਤ ਨਹੀਂ ਹੈਗਾ, ਅਜਿਹੇ ਸ਼ਬਦ ਨਹੀਂ ਹੈਗੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਹਾਨ ਰੁਤਬੇ ਦਾ ਜਸ ਗਾਇਨ ਕਰ ਸਕਣ। ਜੋ ਤੈਨੂੰ ਕਰਨ ਲਈ ਭੇਟਾ ਮੈਂ ਤੇਰੇ ਦੁਆਰੇ ਤੇ ਆਵਾਂ। ਫਿਰ ਮੈਂ ਬਾਅਦ ਵਿੱਚ ਉਹ ਕਾਵਿ ਨੂੰ ਲਿਖ ਕੇ ਮੈਂ ਮੁੜ ਤੇਰੇ ਦਰ ਦੇ ਉੱਤੇ ਆਵਾਂ। ਅੱਗੇ ਜਾ ਕੇ ਫਿਰ ਲਿਖਦਾ, ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ। ਕਿ ਮੇਰਾ ਕੋਈ ਵੀ ਗੀਤ ਇਸ ਤਰ੍ਹਾਂ ਦਾ ਨਹੀਂ ਹੈਗਾ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਟੇਟਸ ਦਾ ਹੋਵੇ, ਉਹਨਾਂ ਦੇ ਰੁਤਬੇ ਦਾ ਹੋਵੇ। ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ, ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜ਼ਿਕਰ ਕਰਦਾ ਇਸ ਦੇ ਵਿੱਚ। ਜੋ ਆਪਣੇ ਸੋਹਲ ਛਿੰਦੇ ਬੋਲ ਨੀਹਾਂ ਵਿੱਚ ਚਿਣਾ ਆਵੇ। ਕਿ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਨੇ ਗੁਰੂ ਪਾਤਸ਼ਾਹ ਨੇ ਉਹ ਵੀ ਨੀਹਾਂ 'ਚ ਉਹ ਵੀ ਚਿਣੇਗੇ। ਤੇ ਅੱਗੇ ਜਾ ਕੇ ਉਹ ਲਿਖਦਾ ਜੀ, ਜੋ ਲੁੱਟ ਜਾਵੇ ਤੇ ਮੁੜ ਵੀ ਯਾਰੜੇ ਦੇ ਸੱਥਰੀ ਗਾਵੇ, ਮੇਰਾ ਹਰ ਗੀਤ ਬੁਝਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ। ਕਿ ਜਿਨ੍ਹਾਂ ਦਾ ਸਭ ਕੁਝ ਖਤਮ ਵੀ ਹੋ ਜਾਂਦਾ ਤੇ ਉਸ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗੁਰੂ ਪਾਤਸ਼ਾਹ ਨੇ ਇੱਕ ਸ਼ਬਦ ਗਾਇਆ ਸੀ ਖਿਆਲ, ਜਿਸ ਨੂੰ ਅਸੀਂ ਕਹਿੰਦੇ ਹਾਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਕਿ ਸਾਰਾ ਕੁਝ ਲਟਾਉਣ ਤੋਂ ਬਾਅਦ ਵੀ ਇੰਨੀ ਉੱਚੀ ਅਵਸਥਾ ਦੇ ਵਿੱਚ ਇਸ ਤਰ੍ਹਾਂ ਦੇ ਬੋਲ ਬੋਲਣੇ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਹਾਨਤਾ ਆ। ਤੇ ਮੇਰੇ 'ਚ ਇੰਨੀ ਅਸਮਰੱਥਾ ਨਹੀਂ ਹੈਗੀ, ਮੇਰਾ ਹਰ ਗੀਤ ਬੁਝਦਿਲ ਆ। ਕਿ ਮੇਰਾ ਭਾਵੇਂ ਮੈਂ ਇੰਨਾ ਕਾਵਿ ਸਿਰਜਿਆ, ਪਰ ਉਸ ਦੇ ਵਿੱਚ ਸਮਰੱਥਾ ਨਹੀਂ ਹੈਗੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਸ ਗਾਇਨ ਕਰ ਸਕੇ। ਤੋ 14 ਸਾਹਿਬਜ਼ਾਦਿਆਂ ਤੋਂ ਬਾਅਦ 40 ਮੁਕਤਿਆਂ ਦਾ ਜ਼ਿਕਰ ਆਉਂਦਾ ਹੈ ਜੀ। 40 ਮੁਕਤੇ ਉਹ ਸਨ ਜਦੋਂ ਅਨੰਦਪੁਰ ਸਾਹਿਬ ਦਾ ਘੇਰਾ ਮੁਗਲਾਂ ਨੇ ਬਹੁਤ ਸਖਤ ਕਰਤਾ ਸੀ। ਜਦੋਂ ਗੁਰੂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਆਪਣਾ ਛੱਡਿਆ ਸੀ, ਉਸ ਤੋਂ ਪਹਿਲਾਂ ਦਾ ਇਹ ਘਟਨਾ ਹੈਗੀ ਹੈ। ਕਿ ਘੇਰਾ ਜਿਹੜਾ ਆ ਬਹੁਤ ਲੰਬਾ ਚਲਾ ਜਾਂਦਾ ਆ। ਕਿਲੇ ਦੇ ਅੰਦਰ ਜਿਹੜਾ ਲੰਗਰ ਆ, ਰਸਤ ਪਾਣੀ ਆ, ਉਹ ਖਤਮ ਹੁੰਦਾ ਜਾ ਰਿਹਾ ਹੌਲੀ ਹੌਲੀ। ਤੇ ਕੁਝ ਸਿੱਖਾਂ ਨੇ ਜਿਹੜੇ ਮਾਝੇ ਨਾਲ ਸੰਬੰਧਿਤ ਸਨ, ਉਹ ਬੇਬਸ ਹੋ ਜਾਂਦੇ ਨੇ ਇਹਨਾਂ ਹਾਲਾਤਾਂ ਦੇ ਉੱਤੋਂ। ਉਹ ਬੇਬਸ ਹੋ ਕੇ ਤੇ ਛੱਡਣ ਦਾ ਜ਼ਿਕਰ ਕਰਦੇ ਨੇ ਕਿ ਅਸੀਂ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਆ ਉਹ ਛੱਡ ਕੇ ਜਾਣਾ ਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਆਖਿਆ ਕਿ ਜੇ ਤੁਸੀਂ ਜਾਣਾ ਆ ਤੇ ਲਿਖਤੀ ਰੂਪ 'ਚ ਦੇ ਕੇ ਜਾਓ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਇਸ ਤਰ੍ਹਾਂ ਨਹੀਂ ਜਾਣਾ ਕਿ ਦਾਵਾ ਨਾ ਹੋਏ ਮੇਰਾ ਤੁਹਾਡੇ ਤੇ ਕੋਈ ਵੀ। ਉਹ ਸਿੱਖ ਇੰਨੇ ਬੇਬਸੀ ਦੇ ਮਾਰੇ ਹੁੰਦੇ ਨੇ, ਉਹ ਬੇਦਾਵਾ ਲਿਖ ਦਿੰਦੇ ਨੇ ਜਿਹਦੇ ਵਿੱਚ ਜ਼ਿਕਰ ਕਰਦੇ ਨੇ ਕਿ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ। ਵਾਪਸ ਜਦੋਂ ਆਪਣੇ ਘਰਾਂ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ ਘਰਾਂ 'ਚ ਜਾ ਕੇ ਤਿੱਖੇ ਬੋਲ ਜਿਹੜੇ ਨੇ ਉਹ ਸੁਣਨੇ ਪੈਂਦੇ ਨੇ। ਤੇ ਉਹਨਾਂ ਦਾ ਜਿਹੜਾ ਸੁੱਤਾ ਪਿਆ ਪਿਆਰ ਹੁੰਦਾ ਇਹਨਾਂ ਤਿੱਖੇ ਬੋਲਾਂ ਦੇ ਨਾਲ, ਉਹ ਫਿਰ ਜਾਗ ਉੱਠਦਾ। ਕਿ ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ, ਧਰਮ ਪਤਨੀਆਂ ਨੇ, ਉਹ ਇੱਕ ਗੱਲ ਸਮਝਾਉਂਦੀਆਂ ਕਿ ਮੌਤ ਤੇ ਇਸ ਪਿੰਡ ਦੇ ਵਿੱਚ ਵੀ ਆਉਣੀ ਹੈ। ਅੱਜ ਤੁਸੀਂ ਗੁਰੂ ਦਾ ਦਰ ਛੱਡ ਕੇ ਆ ਗਏ ਹੋ ਤੇ ਇਸ ਤੋਂ ਇਲਾਵਾ ਹੁਣ ਕਿਹੜੇ ਦਰ ਤੇ ਜਾਓਗੇ। ਇਹਨਾਂ ਤਿੱਖੇ ਬੋਲਾਂ ਨੇ ਉਹਨਾਂ ਦੀ ਜਿਹੜੀ ਸੁੱਤੀ ਪਈ ਪ੍ਰੀਤ ਸੀ ਗੁਰੂ ਪ੍ਰਤੀ, ਉਹਨੂੰ ਫਿਰ ਜਗਾ ਦਿੱਤਾ। ਉਹ ਫਿਰ ਵਾਪਸ ਜਾਂਦੇ ਨੇ। ਖਿਦਰਾਨੇ ਦੀ ਢਾਬ ਮੁਕਤਸਰ ਦੇ ਵਿੱਚ ਇਹ ਸਥਾਨ ਆ ਜੀ। ਬਾਅਦ ਵਿੱਚ ਇਸ ਸਥਾਨ ਦਾ ਨਾਂ ਜਿਹੜਾ ਹੈਗਾ ਆ ਉਹ ਮੁਕਤਸਰ ਪਿਆ। ਉੱਥੇ ਜਾ ਕੇ ਉਹਨਾਂ ਦੀ ਮੁਗਲਾਂ ਦੇ ਨਾਲ ਲੜਾਈ ਹੁੰਦੀ ਤੇ 40 ਜਿਹੜੇ ਉਹ ਸਿੱਖ ਸੀ, ਭਾਈ ਮਹਾਂ ਸਿੰਘ ਦਾ ਜਥੇ ਦੇ ਵਿੱਚ ਜਿਹੜੇ ਉਹਨਾਂ ਦੇ ਜਥੇਦਾਰ ਸੀ ਭਾਈ ਮਹਾਂ ਸਿੰਘ ਜੀ, ਉਹ ਸਾਰੇ ਸ਼ਹੀਦ ਹੋ ਜਾਂਦੇ ਨੇ। ਤੇ ਜਦੋਂ ਭਾਈ ਮਹਾਂ ਸਿੰਘ ਦੇ ਆਖਰੀ ਪਲ ਹੁੰਦੇ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਨੂੰ ਆਪਣੀ ਚੌਂਕੜੀ ਦੇ ਵਿੱਚ, ਆਪਣੇ ਕਲਾਵੇ ਦੇ ਵਿੱਚ ਲੈਂਦੇ ਨੇ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਦਾ ਜਿਹੜਾ ਸਿਰ ਆ ਉਹ ਆਪਣੀ ਝੋਲੀ ਦੇ ਵਿੱਚ ਰੱਖਿਆ ਹੋਇਆ। ਹੁਣ ਇੱਥੇ ਇਹ ਵਿਚਾਰਨ ਵਾਲੀ ਗੱਲ ਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਸਰਸਾ ਨਦੀ ਪਾਰ ਕੀਤੀ ਸੀ, ਉਸ ਨਦੀ ਦੇ ਵਿੱਚ ਬਹੁਤ ਸਾਰਾ ਜਿਹੜਾ ਸਾਹਿਤ ਸੀ ਉਹ ਨਸ਼ਟ ਹੋ ਜਾਂਦਾ।
ਬਹੁਤ ਕੁਝ ਖਤਮ ਹੁੰਦਾ ਸਿੱਖਾਂ ਦਾ। ਪਰ ਜਿਹੜਾ ਬੇਦਾਵਾ ਸਿੱਖਾਂ ਨੇ ਲਿਖਿਆ ਸੀ ਗੁਰੂ ਪਾਤਸ਼ਾਹ ਦੇ ਕੋਲ, ਉਹ ਬੇਦਾਵਾ ਵੀ ਹਜੇ ਪਿਆ ਸੀ। ਕਿਉਂਕਿ ਜਦੋਂ ਭਾਈ ਮਹਾਂ ਸਿੰਘ ਨੂੰ ਪੁੱਛਿਆ ਜਾਂਦਾ ਕਿ ਤੁਹਾਡੀ ਅੰਤਿਮ ਇੱਛਾ ਕੀ ਹੈਗੀ, ਤੇ ਉਹ ਇੱਕੋ ਬੇਨਤੀ ਕਰਦੇ ਨੇ ਕਿ ਜਿਹੜਾ ਬੇਦਾਵਾ ਅਸੀਂ ਤੁਹਾਨੂੰ ਲਿਖ ਕੇ ਦੇ ਕੇ ਆਏ ਸੀ, ਉਸ ਬੇਦਾਵੇ ਨੂੰ ਪਾੜ ਦਿਓ, ਤੇ ਜਿਹੜਾ ਰਿਸ਼ਤਾ ਅਸੀਂ ਤੁਹਾਡੇ ਨਾਲ ਤੋੜਿਆ ਸੀ ਉਸ ਨੂੰ ਖਤਮ ਕਰੋ, ਉਸ ਨੂੰ ਮੁੜ ਜੋੜ ਲਓ। ਤੇ ਅਸੀਂ ਬਾਣੀ 'ਚ ਵੀ ਪੜ੍ਹਦੇ ਹਾਂ ਨਾ, ਟੂਟੀ ਗਾਂਢਣਹਾਰ ਗੋਪਾਲ। ਜੇ ਵਾਹਿਗੁਰੂ ਟੁੱਟੀਆਂ ਗੰਢਦਾ ਤੇ ਗੁਰੂ ਵੀ ਆਪਣੇ ਸਿੱਖਾਂ ਨਾਲ ਤੋੜਦਾ ਨਹੀਂ, ਗੁਰੂ ਹਮੇਸ਼ਾ ਗੰਢਦਾ ਆ। ਤੇ ਗੁਰੂ ਪਾਤਸ਼ਾਹ ਨੇ ਉਸ ਬੇਦਾਵੇ ਨੂੰ ਪਾੜਿਆ ਉਹਨਾਂ ਦੇ ਸਾਹਮਣੇ, ਤੇ ਉਹਨਾਂ ਨੂੰ ਮੁਕਤ ਕੀਤਾ ਇਸ ਜੀਵਨ ਦੇ ਮਰਨ ਜੀਣ ਦੇ ਜਿਹੜਾ ਗੇੜ ਆ ਉਹਦੇ ਵਿੱਚੋਂ। ਤੇ ਉਹਨਾਂ ਨੂੰ ਅਸੀਂ 40 ਮੁਕਤਿਆਂ ਦੇ ਨਾਮ ਦੇ ਨਾਲ ਅਰਦਾਸ ਦੇ ਵਿੱਚ ਸਿਜਦਾ ਕਰਦੇ ਹੈਗੇ ਆ। ਤੇ ਜਿਸ ਧਰਤੀ ਦੇ ਉੱਤੇ ਉਹਨਾਂ ਦੀ ਸ਼ਹਾਦਤ ਹੁੰਦੀ ਆ, ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਜਿਹੜਾ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉਹਨਾਂ ਦਾ ਸੰਬੰਧ ਵੀ ਉਸ ਧਰਤੀ ਦੇ ਨਾਲ ਆ। ਮੱਤੇ ਦੀ ਸਰਾਂ ਗੁਰੂ ਪਾਤਸ਼ਾਹ ਦਾ ਪਿੰਡ ਸੀ, ਇਹ ਵੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਜੀ। ਤੇ ਗੁਰਦੁਆਰਾ ਮੁਕਤਸਰ ਸਾਹਿਬ ਉੱਥੇ ਬਣਿਆ ਹੈਗਾ। ਹਰ ਮਾਘੀ ਦੇ ਉੱਤੇ ਇੱਕ ਬੜਾ ਭਾਰੀ ਜਿਹੜਾ ਆ ਮੇਲਾ ਲੱਗਦਾ, ਤੇ ਉਹਨਾਂ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ। ਹੁਣ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤਿਆਂ ਨੂੰ ਯਾਦ ਕਰਨ ਤੋਂ ਬਾਅਦ ਅੱਗੇ ਫਿਰ ਹੱਠੀਆਂ, ਜੱਪੀਆਂ, ਤੱਪੀਆਂ ਦੀ ਗੱਲ ਆਉਂਦੀ ਹੈ। ਜਿਹੜਾ ਸ਼ਬਦ ਹੱਠ ਆ, ਇਸ ਦਾ ਜੇ ਸ਼ਾਬਦਿਕ ਅਰਥ ਲੈਣਾ ਹੋਏ ਤੇ ਹੁੰਦਾ ਕਿ ਜਿਹੜਾ ਬੰਦਾ ਬੜਾ ਜਿੱਦੀ ਸੁਭਾਅ ਦਾ ਹੋਏ, ਜਿਹੜਾ ਆਪਣਾ ਮਨ ਦਾ ਸੁਭਾਅ ਨਾ ਛੱਡੇ। ਤੇ ਮਨ ਦੇ ਗੁਰਬਾਣੀ ਦੇ ਵਿੱਚ ਜਿਹੜਾ ਮਨ ਹੱਠ ਆ, ਸਰੀਰ ਦਾ ਹੱਠ ਆ, ਇਸ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਗੁਰਬਾਣੀ ਦਾ ਫਰਮਾਨ ਆ, ਗੁਰਮੁਖ ਸਹਿਜ ਨਿਵਾਸ ਮਨ ਹੱਠ ਮਾਰਿਆ। ਕਿ ਗੁਰਮੁਖ ਜਿਹੜਾ ਸਹਿਜ ਦੀ ਅਵਸਥਾ ਦੇ ਵਿੱਚ ਟਿਕਦਾ, ਉਹ ਮਨ ਦਾ ਹੱਠੀ ਨਹੀਂ ਹੁੰਦਾ। ਪਰ ਜਿਹੜੇ ਹੱਠੀਆਂ ਨੂੰ ਅਸੀਂ ਯਾਦ ਕਰਦੇ ਹਾਂ ਅਰਦਾਸ ਦੇ ਵਿੱਚ, ਇਹ ਉਹ ਹੱਠੀ ਨੇ ਜਿਨ੍ਹਾਂ ਨੇ ਧਰਮ ਦਾ ਹੱਠ ਕੀਤਾ, ਜਿਨ੍ਹਾਂ ਨੇ ਸੱਚ ਦਾ ਹੱਠ ਕੀਤਾ, ਜਿਹੜੇ ਆਪਣੇ ਸਿਦਕ ਦੇ ਉੱਤੇ ਦ੍ਰਿੜ ਨਿਸ਼ਚਾ ਰੱਖ ਕੇ ਟਿਕੇ ਰਹੇ। ਉਹਨਾਂ ਨੇ ਸ਼ਹਾਦਤਾਂ ਦੇ ਜਾਮ ਆਪਣੇ ਜੀਵਨ ਤੇ ਦੇ ਦਿੱਤੇ, ਪਰ ਆਪਣਾ ਧਰਮ ਨਹੀਂ ਛੱਡਿਆ। ਉਹਨਾਂ ਹੱਠੀਆਂ ਨੂੰ ਫਿਰ ਅਰਦਾਸ ਦੇ ਵਿੱਚ ਯਾਦ ਕੀਤਾ ਜਾਂਦਾ। ਤੇ ਜਪੀ ਤਪੀ ਜਿਹੜੇ ਨੇ, ਜਪ ਤੇ ਤਪ, ਇੱਕ ਸਰੀਰ ਦਾ ਤਪ ਹੁੰਦਾ, ਇੱਕ ਮਨ ਦਾ ਤਪ ਹੁੰਦਾ। ਗੁਰਬਾਣੀ ਦੇ ਵਿੱਚ ਮਨ ਦਾ ਤਪ ਗੁਰਸਿੱਖ ਨੇ ਗੁਰ ਸ਼ਬਦ ਦੇ ਰਾਹੀਂ ਕਰਨਾ ਆ। ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਵੀ ਹੈਗੇ ਆ, ਪ੍ਰਭ ਕੇ ਸਿਮਰਨ ਜਪ ਤਪ ਪੂਜਾ। ਕਿ ਜਿੰਨੇ ਜਪ ਨੇ, ਜਿੰਨੇ ਤਪ ਨੇ, ਇਹ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਹੈਗੇ ਆ, ਵਾਹਿਗੁਰੂ ਦੇ ਯਾਦ ਦੇ ਵਿੱਚ ਹੈਗੇ ਆ। ਸਰੀਰਕ ਤੌਰ ਤੇ ਨਾ ਅਸੀਂ ਇਸ ਸਰੀਰ ਨੂੰ ਕੋਈ ਤੰਗੀ ਦੇਣੀ ਆ, ਬਲਕਿ ਇਸ ਦੀ ਸਾਂਭ ਸੰਭਾਲ ਕਰਨੀ ਆ। ਕਿਉਂਕਿ ਗੁਰਬਾਣੀ ਦੇ ਅਨੁਸਾਰ ਇਹ ਸਰੀਰ ਜਿਹੜਾ ਹੈਗਾ ਆ, ਇਹ ਹਰੀ ਮੰਦਰ ਆ, ਇਸ ਦੇ ਅੰਦਰ ਪ੍ਰਮਾਤਮਾ ਦਾ ਵਾਸਾ ਹੈਗਾ। ਇਹ ਦੇਹ ਵੀ ਬੜੀ ਇੰਪੋਰਟੈਂਟ ਹੈਗੀ। ਬੇਸ਼ੱਕ ਇਸ ਨੇ ਬਿਨਸਣਾ ਆ, ਪਰ ਇਸ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈਗਾ ਆ। ਇਸ ਤੋਂ ਬਾਅਦ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਨਾਮ ਜਪਣਾ ਤੇ ਵੰਡ ਛਕਣਾ ਇਹ ਸਿੱਖ ਦੇ ਜੀਵਨ ਦੇ ਬੜੇ ਦੋ ਅਹਿਮ ਪੱਖ ਨੇ। ਤੇ ਤੀਸਰਾ ਅਸੀਂ ਜਾਣਦੇ ਹਾਂ ਕਿ ਕਿਰਤ ਵੀ ਕਰਨੀ ਹੈਗੀ ਸਿੱਖ ਨੇ। ਤੇ ਨਾਮ ਜਪਣ ਦੇ ਲਈ, ਵਾਹਿਗੁਰੂ ਦੇ ਸਿਮਰਨ ਦੇ ਲਈ ਅਸੀਂ ਰੋਜ਼ ਜਿਹੜਾ ਸਿੱਖ ਦੀ ਜੀਵਨ ਜਾਚ ਆ, ਉਸ ਦੇ ਵਿੱਚ ਭਾਵੇਂ ਉਹ ਸਿੱਖ ਰਹਿਤ ਮਰਿਆਦਾ ਆ, ਭਾਵੇਂ ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਬਚਨ ਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ। ਕਿ ਸਿੱਖ ਦਾ ਜਿਹੜਾ ਪਹਿਲਾ ਫਰਜ਼ ਹੈਗਾ, ਉਹ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਨੂੰ ਯਾਦ ਕਰਨਾ ਆ, ਉਸ ਦੇ ਸਿਮਰਨ ਦੇ ਵਿੱਚ ਆਪਣਾ ਮਨ ਜੋੜਨਾ ਹੈਗਾ। ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਨਾਮ ਜਪਿਆ ਤੇ ਫਿਰ ਵੰਡ ਕੇ ਛਕਿਆ। ਜੋ ਵੀ ਉਹਨਾਂ ਦੀ ਕਮਾਈ ਸੀ, ਉਹਨਾਂ ਨੇ ਦੂਸਰਿਆਂ ਦੇ ਨਾਲ ਸਾਂਝੀ ਕੀਤੀ। ਤੇ ਕੀਤੀ ਵੀ ਉਸ ਦੌਰ ਦੇ ਵਿੱਚ, ਉਸ ਸਮੇਂ ਦੇ ਵਿੱਚ ਜਦੋਂ ਉਹ ਜੰਗਲਾਂ ਦੇ ਵਿੱਚ ਰਹਿ ਰਹੇ ਸਨ। ਉਹਨਾਂ ਕੋਲ ਬੇਸ਼ੱਕ ਕੋਈ ਆਪਣੇ ਜੋਗਾ ਖਾਣ ਜੋਗਾ ਹੋਏ ਨਾ ਹੋਏ, ਪਰ ਜਦੋਂ ਵੀ ਉਹ 18ਵੀਂ ਸਦੀ ਦੇ ਸਿੱਖ ਕੁਝ ਤਿਆਰ ਕਰਦੇ ਸਨ, ਜਿਹੜਾ ਵੀ ਕੋਈ ਉਹਨਾਂ ਦੇ ਕੋਲ ਆ ਜੇ ਕਿ ਗੁਰੂ ਘਰ ਦੇ ਲੰਗਰ ਤਿਆਰ ਨੇ, ਤੁਸੀਂ ਛਕ ਕੇ ਜਾਣੇ। ਕਿ ਉਹਨਾਂ ਹਾਲਾਤਾਂ ਦੇ ਵਿੱਚ ਵੀ ਜਦੋਂ ਉਹਨਾਂ ਕੋਲ ਸਾਧਨ ਜਿਹੜੇ ਸੀ ਬਹੁਤ ਲਿਮਟਿਡ ਸਨ, ਉਹਨਾਂ ਹਾਲਾਤਾਂ ਵਿੱਚ ਵੀ ਉਹਨਾਂ ਨੇ ਵੰਡ ਕੇ ਛਕਣ ਦੀ ਜਿਹੜੀ ਪਰੰਪਰਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤੀ, ਉਸ ਨੂੰ ਬਰਕਰਾਰ ਰੱਖਿਆ। ਤੇ ਇਸ ਤੋਂ ਅੱਗੇ ਯਾਦ ਕੀਤਾ ਜਾਂਦਾ ਜੀ, ਦੇਗ ਚਲਾਈ ਤੇਗ ਵਾਹੀ। ਦੇਗ ਦਾ ਸ਼ਾਬਦਿਕ ਅਰਥ ਹੁੰਦਾ ਖੁੱਲੇ ਮੂੰਹ ਵਾਲੀ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ, ਇਹ ਅੱਜ ਤੱਕ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਚੱਲਦੀ ਆ ਰਹੀ ਆ। ਤੇ ਸਿੱਖਾਂ ਨੇ ਪੂਰੇ ਸੰਸਾਰ ਦੇ ਵਿੱਚ ਇਸ ਲੰਗਰ ਕਰਕੇ
कि जदों किते भी विपता आउंदी आ ते विपता जिहदे नाल वापर रही आ उहनूं इह पता लग जाए ना कि सिख पहुँच गए ने, ते उहनूं हौसला हो जांदा कि हुण जिहड़ियां साडीਆਂ रोज़ाना दीयां लोड़ां ने, जो सानूं खाण पीण लई चाहीदा आ, ਉਹਦੀ कोई कमी नहीं आएगी। ਤੇ ਅਸੀਂ ਉਹਨਾਂ ਦੇਗ ਜਿਨ੍ਹਾਂ ਨੇ ਹਮੇਸ਼ਾ ਆਪਣੀ ਦੇਗ ਨੂੰ ਚਲਾ ਕੇ ਰੱਖਿਆ ਉਹਨਾਂ ਨੂੰ ਅਰਦਾਸ ਦੇ ਵਿੱਚ ਸਿਜਦਾ ਕਰਦੇ ਹਾਂ। ਬਾਬਾ ਦੀਪ ਸਿੰਘ ਵਰਗੀਆਂ ਮਹਾਨ ਰੂਹਾਂ ਨੂੰ ਸਿਜਦਾ ਕਰਦੇ ਹਾਂ ਜਿਨ੍ਹਾਂ ਨੇ ਤੇਗ ਦੇ ਨਾਲ ਉਸ ਸਮੇਂ ਜਿਹੜੇ ਬੇਪੱਤੀ ਕਰ ਰਹੇ ਸਨ ਸ਼੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦੇ ਨਾਲ ਟਾਕਰਾ ਲਿਆ ਤੇ ਉਸ ਸਮੇਂ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਨੇ। ਤੇ ਇਸ ਤੋਂ ਬਾਅਦ ਅਰਦਾਸ ਦੇ ਵਿੱਚ ਯਾਦ ਕੀਤਾ ਜਾਂਦਾ, ਦੇਖ ਕੇ ਅਣਡਿੱਠ ਕੀਤਾ। ਉਹਨਾਂ ਨੂੰ ਯਾਦ ਕੀਤਾ ਜਾਂਦਾ ਕਿ ਜਿਨ੍ਹਾਂ ਦੇ ਅੰਦਰ ਧਰਮ ਦਾ ਬੀਜ ਸੀ। ਦੇਖ ਕੇ ਅਣਡਿੱਠ ਕਰਨਾ ਕੀ ਆ ਜੀ, ਕਿ ਜਦੋਂ ਅਸੀਂ ਕਿਸੇ ਦੇ ਅਵਗੁਣ ਨੂੰ ਨਾ ਇਸ ਤਰ੍ਹਾਂ ਦੀ ਘਟਨਾ ਨੂੰ ਅੱਖਾਂ ਦੇ ਸਾਹਮਣੇ ਹੁੰਦਾ ਦੇਖ ਲੈਂਦੇ ਆ ਜਿਹੜੀ ਮਾੜੀ ਹੁੰਦੀ ਆ ਤੇ ਜਿਸ ਨੂੰ ਜਗ ਜ਼ਾਹਰ ਨਹੀਂ ਕੀਤਾ ਜਾਣਾ ਚਾਹੀਦਾ। ਇਹ ਸਿੱਖ ਦੇ ਸੁਭਾਅ ਦਾ ਇੱਕ ਬਹੁਤ ਵੱਡਾ ਗੁਣ ਹੈਗਾ ਕਿ ਕਿਸੇ ਦੇ ਬੁਰੇ ਕੰਮਾਂ ਨੂੰ ਦੇਖਣਾ ਤੇ ਉਸ ਨੂੰ ਇਸ ਤਰ੍ਹਾਂ ਸਮਝਣਾ ਕਿ ਜਿਵੇਂ ਕੁਝ ਵਾਪਰਿਆ ਨਹੀਂ ਹੁੰਦਾ। पर माफ़ करना, ज़्यादातर वीर ते भैणां वो हुंदे ने जदों कोई बुरा हुंदा देखदा, एक तो अजकल मोबाइल चल पिया, हर चीज़ नूं रिकॉर्ड करन लग पैंदे आपां, फिर रिकॉर्ड करके फिर अपने तक भी नहीं रखते, फिर जग जाहिर कर दिंदे आ। ये गुरबाणी दे ते साडी मर्यादा दे बिल्कुल उल्ट हैगा, क्योंकि गुरबाणी दे विच जदों असीं गुरु पातशाह दे बचनां नूं याद करदे आ ते गुरु पातशाह दा हुक्म आ, सतगुर ढाक लिया मोहे पापी पड़दा ढाकन हारे प्रभु हमारे जी प्राण सुख दाते। कि मेरा वाहिगुरु मेरा परमात्मा वो पड़दे ढकण वाला आ, वो पड़दे जग जाहिर नहीं करता। सुखमनी साहब दे विच भी असीं पढ़दे हां, जे प्रसाद तेरे सगल छिद्र ढाके मन मन शरणी पर ठाकुर प्रभ ताके। कि इंसान नूं इह फील हुंदा कि मैं अपनी चलाकी दे नाल अपनी हुशियारी दे नाल ना अपने बुरे कंमां नूं लुका लेना संसार तो, पर गुरु पातशाह का फरमान है जी कि उसकी कृपा दे नाल तेरा सारा ऐब जेड़े ने गुनाह जेड़े ने वो ढके हुए ने, तो अपनी हुशियारी ना समझी ये ते अरदास दे विच उन्हां नूं याद किया जाता जिन्हां ने किसी दे बुरे कम्मां नूं विचारिया नहीं, उसके उत्ते पर्दा पाया, उसनूं जग जाहिर नहीं किया। ते साडे सुभाਅ दा जिहड़ा ये गुण आ ये होना चाहिए। जे नहीं हैगा तो इहदा मतलब आ कि असीं गुरु पातशाह दे हुक्म नूं नहीं मान रहे। तो जिहड़ियां अगलियां अरदास दीयां पंक्तियां हैगियां ने, असीं उस बारे अगला जिहड़ा साडा होएगी विचार उस दे विच आप जी दे नाल सांझ पावांगे साध संगत जी। ते हुण अज दे इस विचार दे विचों असीं इहो सिੱਖਣਾ कि गुरु पातशाह दे नाल साडा रिश्ता किस तरह दा होना चाहिए। कि जिन्ना साडा सिख इतिहास आ साखी सहित आ ਉਹਦੇ नाल खास करके वो घटनावां ਜਿਹੜੀਆਂ बहुत वड्डियां ने, जिवें साहबजादियां दी शहादत दा असीं किस्सा हुणे संखेप रूप विच साझा किया, उन्हां दे एक एक पल नूं अपने अंदर वसाउणा, अपने अंदर महसूस करना वो बहुत जरूरी हैगा। इस दे नाल साडा गुरु प्रति प्यार शरधा भावना जिहड़ी आ वो वधेगी। ते जिन्हां ने भी इस अरदास की जिहड़ी लड़ी चल रही हैगी है जी, उस नूं डिटेल दे विच पढ़ना होए, डॉक्टर जसवंत सिंह नेकी ने उन्होंने एक किताब लिखी सी सिख अरदास के उपर, तो ये इंग्लिश के विच भी उन्होंने लिखी है तो पंजाबी दे विच भी लिखी है, दोनों भाषावां दे विच अवेलेबल हैगी आ। तो तुसी डिटेल दे विच जे अरदास नूं पढ़ना तो ये दो किताबां जरूर पढ़नियां, पंजाबी च पढ़ लो जां अपनी इंग्लिश च पढ़ लो। तो इन्नियां को बेनतियां साध संगत प्रवान करनियां जी। बोलदियां होईयां बेअंत भुल्लां लई गुरु पातशाह साध संगत बख्शण जो गया बख्श लेना जी। खिमा दी जाचना दिओ असीस बुलाओ फतेह। वाहिगुरू जी का खालसा वाहिगुरू जी की फतेह।